ਇਹ ਕਹਾਣੀ ਬਹੁਤ ਹੀ ਸੁੰਦਰ ਅਤੇ ਖੁਸ਼ਹਾਲ ਰਾਜ ਦੀ ਹੈ। ਇਸ ਰਿਆਸਤ ਦਾ ਰਾਜਾ ਬਹੁਤ ਹੀ ਸਾਫ਼ ਦਿਲ, ਸੇਵਾ ਭਾਵਨਾ ਵਾਲਾ ਅਤੇ ਰੱਬ ਵਿੱਚ ਅਟੁੱਟ ਵਿਸ਼ਵਾਸ ਰੱਖਦਾ ਸੀ। ਰਾਜੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਰਾਜ ਦੇ ਸਾਰੇ ਲੋਕ ਰਾਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਸ ਦੀ ਹਰ ਗੱਲ ਨੂੰ ਹੁਕਮ ਵਾਂਗ ਮੰਨਦੇ ਸਨ। ਫਿਰ ਵੀ ਜਿਵੇਂ ਜਿਵੇਂ ਰਾਜਾ ਬੁੱਢਾ ਹੋ ਰਿਹਾ ਸੀ, ਉਹ ਉਦਾਸ ਰਹਿਣ ਲੱਗਾ ਸੀ। ਰਾਜੇ ਦੇ ਦੁੱਖ ਦਾ ਕਾਰਨ ਇਹ ਸੀ ਕਿ ਉਸ ਦੇ ਕੋਈ ਪੁੱਤਰ ਨਹੀਂ ਸੀ। ਹਾਲਾਂਕਿ ਰਾਜੇ ਦੀ ਇੱਕ ਧੀ ਸੀ ਜੋ ਵੱਡੀ ਹੋ ਗਈ ਸੀ ਅਤੇ ਹੁਣ ਰਾਜਾ ਉਸ ਦਾ ਵਿਆਹ ਕਰਨ ਬਾਰੇ ਸੋਚ ਰਿਹਾ ਸੀ। ਰਾਜਾ ਬੁਢਾਪੇ ਵਿੱਚ ਸੇਵਾ ਮੁਕਤ ਹੋ ਕੇ ਪ੍ਰਭੂ ਦੀ ਭਗਤੀ ਕਰਨਾ ਚਾਹੁੰਦਾ ਸੀ, ਪਰ ਉਸ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਰਾਜ ਦੀ ਭਾਗ ਦੌੜ ਕਿਸ ਨੂੰ ਸੌਂਪੀ ਜਾਵੇ। ਇੱਕ ਰਾਤ ਇਸ ਚਿੰਤਾ ਵਿੱਚ ਰਾਜਾ ਬਹੁਤ ਦੇਰ ਤੱਕ ਵਾਹਿਗੁਰੂ ਦਾ ਨਾਮ ਜਪਦਾ ਹੋਇਆ ਸੋ ਗਿਆ। ਉਸ ਰਾਤ ਰਾਜੇ ਨੇ ਆਪਣੇ ਸੁਪਨੇ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਅਤੇ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਲਿਆ। ਸਵੇਰੇ ਉੱਠਦਿਆਂ ਸਾਰ ਹੀ ਰਾਜੇ ਨੇ ਬੜੇ ਪ੍ਰਸੰਨ ਹਿਰਦੇ ਨਾਲ ਸਭਾ ਬੁਲਾਈ ਅਤੇ ਐਲਾਨ ਕੀਤਾ ਕਿ ਉਸ ਦੇ ਮਹਿਲ ਦੇ ਦਰਵਾਜ਼ੇ 'ਤੇ ਆਉਣ ਵਾਲਾ ਪਹਿਲਾ ਆਦਮੀ ਰਾਜਕੁਮਾਰੀ ਨਾਲ ਵਿਆਹ ਕਰੇਗਾ ਅਤੇ ਉਸ ਨੂੰ ਰਾਜ ਦਾ ਰਾਜਾ ਘੋਸ਼ਿਤ ਕੀਤਾ ਜਾਵੇਗਾ। ਰਾਜੇ ਦਾ ਅਜਿਹਾ ਅਜੀਬੋ-ਗਰੀਬ ਐਲਾਨ ਸੁਣ ਕੇ ਸਭਾ ਵਿੱਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ, ਪਰ ਹਰ ਕੋਈ ਜਾਣਦਾ ਸੀ ਕਿ ਰਾਜਾ ਬਿਨਾਂ ਗੱਲ ਤੋਂ ਅਜਿਹੀ ਮੂਰਖਤਾ ਭਰਿਆ ਕੰਮ ਨਹੀਂ ਕਰੇਗਾ। ਇਸ ਲਈ ਉਹਨਾਂ ਨੇ ਰਾਜੇ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ। ਜਦੋਂ ਰਾਜੇ ਨੇ ਸਭ ਨੂੰ ਆਪਣੇ ਰਾਤ ਦੇ ਸੁਪਨੇ ਬਾਰੇ ਦੱਸਿਆ ਤਾਂ ਸਾਰਿਆਂ ਦੇ ਸੰਦੇਹ ਦੂਰ ਹੋ ਗਏ। ਰਾਜੇ ਦੀ ਘੋਸ਼ਣਾ ਦਾ ਤੁਰੰਤ ਪਾਲਣ ਕੀਤਾ ਗਿਆ ਅਤੇ ਥੋੜ੍ਹੀ ਦੇਰ ਬਾਅਦ ਸਿਪਾਹੀ ਇੱਕ ਨੌਜਵਾਨ ਨੂੰ ਮੈਲੇ ਪੁਰਾਣੇ ਕੱਪੜੇ ਪਹਿਨੇ ਸਭਾ ਵਿੱਚ ਲੈ ਆਇਆ। ਰਾਜੇ ਦੇ ਐਲਾਨ ਅਨੁਸਾਰ ਗਰੀਬ ਨੂੰ ਰਾਜਾ ਬਣਾ ਦਿੱਤਾ ਗਿਆ। ਉਸ ਦਾ ਵਿਆਹ ਵੀ ਰਾਜਕੁਮਾਰੀ ਨਾਲ ਕਰ ਦਿੱਤਾ। ਕੁਝ ਹੀ ਦਿਨਾਂ ਵਿੱਚ ਰਾਜੇ ਨੇ ਰਾਜ ਨੂੰ ਛੱਡ ਦਿੱਤਾ ਅਤੇ ਜੰਗਲਾਂ ਵਿੱਚ ਚਲਾ ਗਿਆ। ਭਗਵਾਨ ਦੀ ਭਗਤੀ ਲਈ ਇੱਕ ਸੰਨਿਆਸੀ ਬਣ ਗਿਆ। ਹੌਲੀ ਹੌਲੀ ਨਵੇਂ ਰਾਜੇ ਨੇ ਰਾਜ ਦਾ ਸਾਰਾ ਬੋਝ ਆਪਣੇ ਸਿਰ ਉੱਤੇ ਲੈ ਲਿਆ ਅਤੇ ਬਹੁਤ ਵਧੀਆ ਢੰਗ ਨਾਲ ਰਾਜ ਕਰਨ ਲੱਗਾ। ਰਾਜ ਮਹਿਲ ਵਿੱਚ ਇੱਕ ਗੁਪਤ ਕਮਰਾ ਸੀ ਜਿਸ ਦੇ ਦਰਵਾਜ਼ੇ ਨੂੰ ਇੱਕ ਵੱਡਾ ਤਾਲਾ ਲੱਗਿਆ ਹੋਇਆ ਸੀ ਅਤੇ ਨਵਾਂ ਰਾਜਾ ਇਸ ਤਾਲੇ ਦੀ ਚਾਬੀ ਹਮੇਸ਼ਾ ਆਪਣੇ ਕੋਲ ਰੱਖਦਾ ਸੀ। ਹਰ ਹਫ਼ਤੇ ਇੱਕ ਦਿਨ ਰਾਜਾ ਉਸ ਕਮਰੇ ਦਾ ਤਾਲਾ ਖੋਲ੍ਹਦਾ ਸੀ ਅਤੇ ਅੱਧਾ ਘੰਟਾ ਉਸ ਵਿੱਚ ਬਿਤਾਉਣ ਤੋਂ ਬਾਅਦ ਦੁਬਾਰਾ ਤਾਲਾ ਲਗਾ ਦਿੰਦਾ ਸੀ। ਰਾਜਾ ਕਦੇ ਕਿਸੇ ਨੂੰ ਉਸ ਕੁੰਜੀ ਨੂੰ ਛੂਹਣ ਨਹੀਂ ਦਿੰਦਾ ਸੀ। ਜੇ ਕੋਈ ਇਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਤਾਂ ਰਾਜਾ ਗੁੱਸੇ ਹੋ ਜਾਂਦਾ ਸੀ। ਕਮਾਂਡਰ, ਖਜ਼ਾਨਚੀ ਅਤੇ ਸਾਰੇ ਮੰਤਰੀ ਬੜੀ ਉਤਸੁਕਤਾ ਨਾਲ ਇਹ ਜਾਣਨਾ ਚਾਹੁੰਦੇ ਸਨ ਕਿ ਉਸ ਕਮਰੇ ਵਿੱਚ ਕੀ ਹੋ ਸਕਦਾ ਹੈ। ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਘੁੰਮਦਾ ਰਿਹਾ ਕਿ ਆਖਿਰ ਖਜ਼ਾਨੇ ਦੀ ਚਾਬੀ ਖਜ਼ਾਨਚੀ ਕੋਲ, ਅਸਲਾ ਖਾਨੇ ਦੀ ਚਾਬੀ ਕਮਾਂਡਰ ਕੋਲ ਅਤੇ ਕਮਰੇ ਦੀ ਚਾਬੀ ਜਿੱਥੇ ਸਾਰੇ ਜ਼ਰੂਰੀ ਦਸਤਾਵੇਜ਼ ਰੱਖੇ ਹੋਏ ਨੇ ਉਸ ਵੇਲੇ ਮੰਤਰੀ ਕੋਲ ਹੈ। ਰਾਜਾ ਉਸ ਗੁਪਤ ਕਮਰੇ ਦੀ ਚਾਬੀ ਆਪਣੇ ਨਾਲ ਕਿਉਂ ਲੈ ਕੇ ਜਾਂਦਾ ਹੈ ਅਤੇ ਆਖਿਰ ਇਸ ਵਿੱਚ ਅਜਿਹੀ ਕਿਹੜੀ ਕੀਮਤੀ ਚੀਜ਼ ਹੈ ਜੋ ਰਾਜਾ ਕਿਸੇ ਨੂੰ ਨਹੀਂ ਦੱਸਦਾ। ਉਹਨਾਂ ਸਾਰਿਆਂ ਵੱਲੋਂ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਰਾਜੇ ਨੇ ਉਹਨਾਂ ਨੂੰ ਕਦੇ ਨਹੀਂ ਦੱਸਿਆ ਕਿ ਉਸ ਕਮਰੇ ਵਿੱਚ ਕੀ ਹੈ। ਉਹਨਾਂ ਸਾਰਿਆਂ ਨੇ ਜਾ ਕੇ ਇਹ ਖਬਰ ਰਾਣੀ ਦੇ ਕੰਨਾਂ ਤੱਕ ਪਹੁੰਚਾ ਦਿੱਤੀ। ਰਾਣੀ ਨੂੰ ਵੀ ਉਤਸੁਕਤਾ ਪੈਦਾ ਹੋਈ ਕਿ ਅਜਿਹੀ ਕਿਹੜੀ ਰਹੱਸਮਈ ਗੱਲ ਹੈ ਜੋ ਰਾਜਾ ਆਪਣੀ ਪਤਨੀ ਤੋਂ ਵੀ ਛੁਪਾ ਰਿਹਾ ਹੈ। ਰਾਣੀ ਨੇ ਉਹ ਭੇਤ ਜਾਣਨ ਲਈ ਰਾਜੇ ਦੇ ਸਾਹਮਣੇ ਜਿੱਦ ਫੜ ਲਈ। ਰਾਣੀ ਨੇ ਖਾਣਾ ਪੀਣਾ ਛੱਡ ਦਿੱਤਾ। ਆਖਿਰਕਾਰ ਰਾਜੇ ਨੂੰ ਆਪਣੀ ਪਤਨੀ ਦੇ ਸਾਹਮਣੇ ਹਾਰ ਮੰਨਣੀ ਪਈ। ਰਾਜਾ, ਰਾਣੀ, ਮੰਤਰੀ ਅਤੇ ਸਾਰੇ ਕੌਂਸਲਰਾਂ ਦੇ ਨਾਲ ਉਸ ਕਮਰੇ ਦੇ ਨੇੜੇ ਪਹੁੰਚਿਆ ਅਤੇ ਪਹਿਲੀ ਵਾਰ ਉਸ ਕਮਰੇ ਨੂੰ ਸਾਰਿਆਂ ਦੇ ਸਾਹਮਣੇ ਖੋਲ੍ਹਿਆ। ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਉਸ ਕਮਰੇ ਵਿੱਚ ਕੰਧ ਉੱਤੇ ਟੰਗੇ ਇੱਕ ਫਟੇ ਹੋਏ ਪੁਰਾਣੇ ਕੱਪੜੇ ਤੋਂ ਸਿਵਾਏ ਕੁਝ ਵੀ ਨਹੀਂ ਸੀ। ਮੰਤਰੀ ਨੇ ਫਟੇ ਹੋਏ ਕੱਪੜਿਆਂ ਨੂੰ ਹੱਥ ਵਿੱਚ ਲੈ ਕੇ ਰਾਜੇ ਨੂੰ ਕਿਹਾ, ਮਹਾਰਾਜ, ਇੱਥੇ ਇਸ ਫਟੇ ਹੋਏ ਕੱਪੜੇ ਤੋਂ ਇਲਾਵਾ ਕੁਝ ਨਹੀਂ ਹੈ। ਫਿਰ ਰਾਜੇ ਨੇ ਕਿਹਾ, ਇਹ ਮੇਰਾ ਸਭ ਕੁਝ ਹੈ। ਜਦੋਂ ਵੀ ਮੈਂ ਕਿਸੇ ਚੀਜ਼ 'ਤੇ ਮਾਣ ਮਹਿਸੂਸ ਕਰਨ ਲੱਗ ਪੈਂਦਾ ਹਾਂ, ਜਦੋਂ ਮੈਂ ਇਹ ਸੋਚਣ ਲੱਗ ਪੈਂਦਾ ਕਿ ਮੈਂ ਦੂਜਿਆਂ ਨਾਲੋਂ ਬਿਹਤਰ ਹਾਂ, ਤਾਂ ਮੈਂ ਇਸ ਕਮਰੇ ਵਿੱਚ ਆ ਜਾਂਦਾ ਹਾਂ ਅਤੇ ਆਪਣੇ ਇਹਨਾਂ ਫਟੇ ਪੁਰਾਣੇ ਕੱਪੜਿਆਂ ਨੂੰ ਦੇਖਦਾ ਹਾਂ ਅਤੇ ਮੈਨੂੰ ਯਾਦ ਆਉਂਦਾ ਹੈ ਕਿ ਜਦੋਂ ਮੈਂ ਇਸ ਅਵਸਥਾ ਵਿੱਚ ਆਇਆ ਤਾਂ ਮੇਰੇ ਕੋਲ ਇਹਨਾਂ ਤੋਂ ਇਲਾਵਾ ਕੁਝ ਨਹੀਂ ਸੀ ਅਤੇ ਮੇਰਾ ਸਾਰਾ ਹੰਕਾਰ ਖਤਮ ਹੋ ਜਾਂਦਾ ਹੈ।
ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਅਸੀਂ ਆਪਣੇ ਅਤੀਤ ਨੂੰ ਯਾਦ ਕਰਕੇ ਵਰਤਮਾਨ ਵਿੱਚ ਗਲਤੀਆਂ ਕਰਨ ਤੋਂ ਬਚ ਸਕਦੇ ਹਾਂ। ਸਮਾਂ ਹਮੇਸ਼ਾ ਬਦਲਦਾ ਰਹਿੰਦਾ ਹੈ, ਇਸ ਲਈ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਜੇਕਰ ਸਾਡੇ ਕੋਲ ਅੱਜ ਸਭ ਕੁਝ ਹੈ ਤਾਂ ਇਹ ਹਮੇਸ਼ਾ ਲਈ ਨਹੀਂ ਰਹੇਗਾ। ਇਸ ਲਈ ਸਾਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ।